ਵਾਹਿਗੁਰੂ। ਸਤਨਾਮ। ਵਾਹਿਗੁਰੂ ਸਾਹਿਬ ਜੀਓ। ਲੱਲਾ ਲਾਵਾ ਔਖਦ ਜਾਹੂ, ਦੁਖ ਦਰਦ ਤਿਹ ਮਿਟੈ ਖਿਨਾਹੂ। ਨਾਮ ਔਖਦ ਜਿਹ ਹਿਰਦੈ ਹਿਤਾਵੈ, ਤਾਹੇ ਰੋਗ ਸੁਪਨੇ ਨਹੀਂ ਆਵੈ। ਹਰ ਔਖਦ ਸਭ ਘਟ ਹੈ ਭਾਈ, ਗੁਰ ਪੂਰੇ ਬਿਨ ਬਿਦ ਨਾ ਬਣਾਈ। ਗੁਰ ਪੂਰੈ ਸੰਜਮ ਕਰ ਦਿਆ, ਨਾਨਕ ਤਉ ਫਿਰ ਦੁਖ ਨ ਥੀਆ। ਗੁਰ ਪੂਰੈ ਸੰਜਮ ਕਰ ਦਿਆ, ਨਾਨਕ ਤਉ ਫਿਰ ਦੁਖ ਨ ਥੀਆ। ਚਿੰਤਾ ਤਾ ਕੀ ਕੀਜੀਐ, ਜੋ ਅਨਹੋਣੀ ਹੋਏ। ਇਹ ਮਾਰਗ ਸੰਸਾਰ ਕੋ, ਨਾਨਕ ਥਿਰ ਨਹੀਂ ਕੋਏ। ਇਹ ਮਾਰਗ ਸੰਸਾਰ ਕੋ, ਨਾਨਕ ਥਿਰ ਨਹੀਂ ਕੋਏ। ਪਰਮ ਸਨਮਾਨਯੋਗ ਜ਼ਬਰ ਸ਼ਤਰ ਤਖਤ ਦੇ ਮਾਲਕ ਸੁੱਖਾਂ ਦੇ ਸਾਗਰ ਪਰਮ ਕਿਰਪਾਲੂ ਪਾਤਸ਼ਾਹ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠੀ ਸਾਧ ਸੰਗਤ ਜੀ, ਸਾਹਿਬ ਜੀ ਦੀ ਅਪਾਰ ਕਿਰਪਾ ਮਿਹਰਾਮਤ ਸਦਕਾ ਖਸਮ ਕੀ ਬਾਣੀ ਦਾ ਰਸ ਪਿੰਨਾ ਕੀਰਤਨ ਸਰਵਣ ਕੀਤਾ ਹੈ। ਆਓ ਸਾਧ ਸੰਗਤ, ਜਿੱਥੇ ਬੜੇ ਪਿਆਰ ਦੇ ਨਾਲ ਕੀਰਤਨ ਦੇ ਵਿੱਚ ਹਾਜ਼ਰੀ ਭਰੀ ਹੈ, ਉੱਥੇ ਕੁਝ ਕੁ ਸਮਾਂ ਜੋ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਸਲੋਕਾਂ ਦੀ ਵਿਚਾਰ ਚੱਲ ਰਹੀ ਹੈ, ਉਸ ਵਿਚਾਰ ਲੜੀ ਨੂੰ ਅੱਗੇ ਤੋਰਦਿਆਂ ਹੋਇਆਂ ਜੋ ਅੱਜ ਦਾ ਪਾਵਨ ਸਲੋਕ ਹੈ, ਚਿੰਤਾ ਤਾ ਕੀ ਕੀਜੀਐ ਜੋ ਅਨਹੋਣੀ ਹੋਏ। ਇਹ ਮਾਰਗ ਸੰਸਾਰ ਕੋ, ਨਾਨਕ ਥਿਰ ਨਹੀਂ ਕੋਏ। ਇਹ 51ਵਾਂ ਸਲੋਕ ਨੰਬਰ 51। ਸਾਹਿਬ ਜੀ ਕੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਚਿੰਤਾ ਉਸ ਗੱਲ ਦੀ ਕਰਨੀ ਚਾਹੀਦੀ ਹੈ ਜਿਹੜੀ ਕਦੇ ਹੋਣੀ ਨਾ ਹੋਵੇ। ਜੋ ਹੋਣਾ ਹੀ ਹੈ ਉਸ ਦੀ ਚਿੰਤਾ ਨਹੀਂ ਕਰਨੀ। ਇਹ ਸੰਸਾਰ ਇੱਕ ਖੇਡ ਪਰਮਾਤਮਾ ਨੇ ਬਣਾਈ ਹੈ। ਜੇ ਜਨਮ ਹੈ ਤਾਂ ਮੌਤ ਜ਼ਰੂਰ ਹੋਏਗੀ, ਤੇ ਇਸ ਮੌਤ ਬਾਰੇ ਸਤਿਗੁਰੂ ਜੀ ਕਹਿੰਦੇ ਚਿੰਤਾ ਕਰਨ ਦੀ ਲੋੜ ਕੋਈ ਨਹੀਂ। ਇਹ ਅਨਹੋਣੀ ਨਹੀਂ ਹੈ, ਇਹ ਹੋਣੀ ਹੈ। ਮੌਤ ਆਏਗੀ ਆਏਗੀ। ਸਤਿਗੁਰੂ ਜੀ ਕੀ ਇਸ ਪਾਵਨ ਸਲੋਕ ਦੇ ਵਿੱਚ ਸਾਨੂੰ ਸਮਝਾ ਰਹੇ ਨੇ, ਇਹੀ ਵਿਚਾਰ ਆਪ ਸਰਬੱਤ ਸੰਗਤ ਨਾਲ ਸਾਂਝੇ ਕਰਨੇ ਨੇ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ। ਸਾਰੇ ਪਿਆਰ ਸਤਿਕਾਰ ਨਾਲ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਾਧ ਸੰਗਤ, ਜੇ ਸੰਸਾਰ ਦੇ ਵੱਲ ਦੇਖੀਏ ਤੇ ਕੋਈ ਐਸਾ ਵਿਰਲਾ ਹੀ ਇਨਸਾਨ ਹੋਏਗਾ ਜਿਹੜਾ ਇਹ ਹੱਥ ਖੜਾ ਕਰਕੇ ਕਹਿ ਦੇਵੇ ਕਿ ਮੈਂ ਸੁਖੀ ਹਾਂ, ਮੇਰੇ ਜੀਵਨ ਦੇ ਵਿੱਚ ਦੁੱਖ ਕੋਈ ਨਹੀਂ, ਮੈਨੂੰ ਚਿੰਤਾ ਕੋਈ ਨਹੀਂ। ਪਰ ਵੈਸੇ ਇੱਕ ਅਦੀਬ ਨੇ ਬੜਾ ਪਿਆਰਾ ਲਿਖਿਆ, ਉਹ ਕਹਿੰਦਾ, फूल खिलता है मुरझाने का तखय्युल लेकर, जिसे हंसता हुआ पाओगे वो परेशान होगा। ਜ਼ਰੂਰੀ ਨਹੀਂ ਕਿ ਜਿਸ ਇਨਸਾਨ ਦੇ ਚਿਹਰੇ ਤੇ ਤੁਹਾਨੂੰ ਮੁਸਕਰਾਹਟ ਨਜ਼ਰ ਆ ਰਹੀ ਹੈ, ਜਿਹੜਾ ਚਿਹਰਾ ਤੁਹਾਨੂੰ ਹੱਸਦਾ ਹੋਇਆ ਨਜ਼ਰ ਆ ਰਿਹਾ ਹੈ, ਜਿਸ ਚਿਹਰੇ ਤੇ ਤੁਸੀਂ ਸਮਾਈਲ ਦੇਖਦੇ ਪਏ ਹੋ, ਇਹ ਜ਼ਰੂਰੀ ਨਹੀਂ ਕਿ ਉਹ ਅੰਦਰੋਂ ਵੀ ਖੁਸ਼ ਹੋਵੇ ਜਾਂ ਅੰਦਰੋਂ ਵੀ ਉਹ ਸੁਖੀ ਹੋਏ। ਹੋ ਸਕਦਾ ਹੈ ਕਿ ਜਿਹੜੀ ਚਿਹਰੇ ਤੇ ਸਮਾਈਲ ਤੁਹਾਨੂੰ ਨਜ਼ਰ ਆਉਂਦੀ ਪਈ ਹੈ, ਉਸ ਸਮਾਈਲ ਦੇ ਪਿੱਛੇ ਕਈ ਜਿਹੜੇ ਦੁੱਖ ਨੇ, ਕਈ ਚਿੰਤਾਵਾਂ ਛਿਪੀਆਂ ਹੋਣ। ਜਿਸੇ ਹੱਸਦਾ ਹੁਆ ਪਾਓਗੇ, ਭਾਵ ਜਿਹੜਾ ਤੁਹਾਨੂੰ ਹੱਸਦਾ ਹੋਇਆ ਨਜ਼ਰ ਆ ਰਿਹਾ ਹੈ, ਉਹ ਅੰਦਰੋਂ ਪਰੇਸ਼ਾਨ ਹੋਗਾ, ਉਹ ਅੰਦਰੋਂ ਜ਼ਰੂਰ ਦੁਖੀ ਹੋਏਗਾ। ਉਹਦੀ ਸਮਾਈਲ, ਉਹਦੀ ਮੁਸਕਰਾਹਟ ਜਿਹੜੀ ਹੈ, ਉਹਦੇ ਅੰਦਰਲੇ ਦੁੱਖ ਨੂੰ ਛਿਪਾਉਂਦੀ ਪਈ ਹੈ। ਸੋ ਇਹਦਾ ਭਾਵ ਇਹ ਹੈ ਕਿ ਦੁਨੀਆ ਦੇ ਵਿੱਚ ਕੋਈ ਐਸਾ ਵਿਰਲਾ ਹੀ ਇਨਸਾਨ ਹੋਏਗਾ, ਉਸ ਇਨਸਾਨ ਨੂੰ ਛੱਡ ਕੇ ਜਿਹੜਾ ਪਰਮਾਤਮਾ ਦੀ ਯਾਦ ਵਿੱਚ ਜੁੜਿਆ ਹੋਇਆ ਹੈ, ਜਿਹੜਾ ਉਸ ਰੱਬ ਦੇ ਨਾਲ ਜੁੜਿਆ ਹੋਇਆ ਹੈ, ਉਸ ਨੂੰ ਛੱਡ ਕੇ ਦੁਨੀਆ ਦਾ ਹਰ ਇੱਕ ਇਨਸਾਨ ਪਰੇਸ਼ਾਨ ਹੈ, ਚਿੰਤਾ ਦੇ ਵਿੱਚ ਹੈ। ਇਸੇ ਕਰਕੇ ਤਾਂ ਪਾਤਸ਼ਾਹ ਜੀ ਨੇ ਬਾਣੀ ਦੇ ਵਿੱਚ ਕਿਹਾ, ਕਹਿੰਦੇ ਚਿੰਤਤ ਹੀ ਦਿਸੈ ਸਭ ਕੋਈ। ਕਹਿੰਦੇ ਜਿੱਧਰ ਵੀ ਮੈਂ ਦੇਖਦਾ ਸਾਰੇ ਪਾਸੇ ਚਿੰਤਾ ਹੀ ਛਾਈ ਹੋਈ ਹੈ, ਹਰ ਇੱਕ ਚਿਹਰੇ ਦੇ ਉੱਤੇ ਚਿੰਤਾ, ਹਰ ਇੱਕ ਚਿਹਰਾ ਜਿਹੜਾ ਨਾ ਉਹ ਮੁਰਝਾਇਆ ਪਿਆ ਹੈ ਚਿੰਤਾ ਦੇ ਕਰਕੇ। ਤੇ ਇਹ ਚਿੰਤਾ ਜਿਹੜੀ ਹੈ ਨਾ, ਇਸ ਚਿੰਤਾ ਨੂੰ ਸਤਿਗੁਰਾਂ ਨੇ ਇੱਕ ਤਰ੍ਹਾਂ ਦਾ ਰੋਗ ਵੀ ਕਿਹਾ ਹੈ। ਤੇ ਜੇ ਇਹਨੂੰ ਆਪਾਂ ਇਦਾਂ ਕਹਿ ਲਈਏ ਨਾ ਕਿ ਇਹ ਚਿੰਤਾ ਹੀ ਬਾਕੀ ਹੋਰ ਕਈ ਬਿਮਾਰੀਆਂ ਦੀ ਜੜ ਹੈ। ਚਿੰਤਾ ਕਈ ਬਿਮਾਰੀਆਂ ਦੀ ਜੜ ਦਾ ਮਤਲਬ ਹੈ ਜੀ ਰੂਟ, ਇਟਸ ਅ ਰੂਟ ਆਫ ਐਨੀ ਅਦਰ ਡਿਸੀਜ਼। ਕਈ ਬਿਮਾਰੀਆਂ ਦੀ ਜੜ ਹੈ ਇਹ ਚਿੰਤਾ। ਤੇ ਸਤਿਗੁਰੂ ਜੀ ਕਹਿੰਦੇ ਜੇ ਇਹ ਚਿੰਤਾ ਰੋਗ ਹੈ ਤੇ ਫਿਰ ਇਸ ਰੋਗ ਤੋਂ ਬਚਿਆ ਕਿਵੇਂ ਜਾਏ? ਉਹਦੇ ਵਾਸਤੇ ਨਾ ਸਾਧ ਸੰਗਤ ਇੱਕ ਬੜੀ ਪਿਆਰੀ ਕਿਸੇ ਨੇ ਐਗਜ਼ਾਮਪਲ ਦਿੱਤੀ। ਕਹਿੰਦੇ ਇਨਸਾਨ ਦੇ ਅੰਦਰ ਜੇਕਰ ਕੋਈ ਉਹ ਗੱਲ ਸੁਣ ਲੈਂਦਾ ਹੈ, ਉਹ ਗੱਲ ਸੁਣੀ ਹੋਈ ਉਹਦੇ ਮਨ ਨੂੰ ਚੰਗੀ ਨਹੀਂ ਲੱਗਦੀ, ਉਹ ਗੱਲ ਜਿਹੜੀ ਹੈ ਨਾ, ਉਹ ਵਿਚਾਰ ਜਿਹੜਾ ਹੈ ਉਹਦੇ ਦਿਮਾਗ ਦੇ ਵਿੱਚ ਚੱਲਦਾ ਰਹਿੰਦਾ ਹੈ। ਜੇ ਕਿਸੇ ਨੇ ਕੁਝ ਕਹਿ ਦਿੱਤਾ, ਚਾਹੀਦਾ ਤਾਂ ਇਹ ਹੈ ਕਿ ਇੱਧਰੋਂ ਸੁਣਿਆ ਤੇ ਇੱਧਰੋਂ ਬਾਹਰ ਕੱਢ ਦਿੱਤਾ, ਪਰ ਹੁੰਦਾ ਕੀ ਹੈ ਕਿ ਉਹ ਸੁਣੀ ਹੋਈ ਗੱਲ ਵਾਰ-ਵਾਰ ਦਿਮਾਗ ਦੇ ਵਿੱਚ ਚੱਲਦੀ ਰਹਿੰਦੀ ਹੈ। ਭਾਵੇਂ ਮੈਂ ਕੋਈ ਕੰਮ ਵੀ ਕਰਦਾ ਪਿਆ, ਕੰਮ ਕਰਦਿਆਂ ਵੀ ਉਹ ਵਿਚਾਰ, ਉਹ ਥਾਟ, ਉਹ ਗੱਲ ਮੇਰੇ ਅੰਦਰ ਚੱਲਦੀ ਰਹਿੰਦੀ ਹੈ। ਬਸ ਉਹੀ ਜਿਹੜੀ ਗੱਲ ਵਾਰ-ਵਾਰ ਰਿਪੀਟ ਹੁੰਦੀ ਪਈ ਹੈ ਨਾ ਮੇਰੇ ਅੰਦਰ, ਭਾਵੇਂ ਮੈਂ ਕਿਸੇ ਨੂੰ ਕਹਿ ਨਹੀਂ ਰਿਹਾ, ਮੇਰੇ ਆਪਣੇ ਅੰਦਰ ਹੀ ਉਹ ਸਰਕਲ ਕਰੀ ਜਾ ਰਹੀ ਹੈ, ਘੁੰਮੀ ਜਾ ਰਹੀ ਹੈ। ਸਤਿਗੁਰੂ ਜੀ ਕਹਿੰਦੇ ਇਹੀ ਤਾਂ ਚਿੰਤਾ ਹੈ। ਵਾਰ-ਵਾਰ ਇੱਕ ਗੱਲ ਦੇ ਉੱਤੇ ਫੋਕਸ ਕਰੀ ਜਾਣਾ, ਵਾਰ-ਵਾਰ ਇੱਕ ਗੱਲ ਬਾਰੇ ਸੋਚੀ ਜਾਣਾ, ਇਹੀ ਤਾਂ ਚਿੰਤਾ ਹੈ। ਤੇ ਜਦੋਂ ਵਾਰ-ਵਾਰ ਸੋਚਾਂਗੇ ਤੇ ਵਾਕਿਆ ਹੀ ਉਹ ਜਿਹੜੀ ਸੋਚ ਹੈ ਸਾਨੂੰ ਉਹ ਦੁਖੀ ਜ਼ਰੂਰ ਕਰੇਗੀ। ਇੱਕ ਬੜੀ ਪਿਆਰੀ ਐਗਜ਼ਾਮਪਲ ਦਿੱਤੀ ਜੀ ਕਿਸੇ ਨੇ, ਕਹਿੰਦਾ ਇੱਕ ਪਾਣੀ ਦਾ ਗਿਲਾਸ ਲਓ, ਉਸ ਪਾਣੀ ਦੇ ਗਿਲਾਸ ਨੂੰ ਆਪਣੇ ਹੱਥ ਦੇ ਵਿੱਚ ਪਕੜ ਕੇ ਬਾਂਹ ਸਿੱਧੀ ਕਰ ਲਓ, ਹੱਥ ਦੇ ਉੱਤੇ ਟਿਕਾ ਕੇ ਨਾ ਪਾਣੀ ਦਾ ਗਿਲਾਸ ਜਾਂ ਹੱਥ 'ਚ ਫੜ ਲਿਆ ਤੇ ਉਹਨੂੰ ਬਾਂਹ ਨੂੰ ਸਿੱਧਾ ਕਰ ਲਓ, ਸਟ੍ਰੇਟ ਕਰ ਲਓ ਤੇ ਕੁਝ ਕੁ ਸੈਕਿੰਡ ਉਸ ਨੂੰ ਸਿੱਧਾ ਕਰਕੇ ਰੱਖੋ, ਤੁਹਾਨੂੰ ਕੁਝ ਫੀਲ ਨਹੀਂ ਹੋਏਗਾ। ਯੂ ਵੋਂਟ ਫੀਲ ਐਨੀਥਿੰਗ। ਜੇਕਰ ਇੱਕ ਗਿਲਾਸ, ਇਫ ਯੂ ਹੋਲਡ ਅ ਗਲਾਸ ਆਫ ਵਾਟਰ, ਕੁਝ ਸੈਕਿੰਡ ਦੇ ਲਈ ਉਹਨੂੰ ਫੜ ਕੇ ਰੱਖੋ, ਤੁਹਾਨੂੰ ਕੁਝ ਫੀਲ ਨਹੀਂ ਹੋਏਗਾ। ਪਰ ਜੇਕਰ ਉਸੇ ਹੀ ਗਿਲਾਸ ਨੂੰ ਤੁਸੀਂ 10 ਤੋਂ 15 ਮਿੰਟ ਉਸੇ ਤਰ੍ਹਾਂ ਸਟ੍ਰੇਟ ਆਰਮ ਦੇ ਨਾਲ ਹੋਲਡ ਕਰਕੇ ਰੱਖਦੇ ਹੋ ਤੇ ਤੁਹਾਨੂੰ ਹਲਕੀ ਜੀ ਦਰਦ ਬਾਂਹ ਦੇ ਵਿੱਚ ਮਹਿਸੂਸ ਹੋਏਗੀ। ਤੁਹਾਡਾ ਜਿਹੜਾ ਹੱਥ ਹੈ, ਤੁਹਾਡੀ ਬਾਂਹ ਜਿਹੜੀ ਹੈ ਨਾ, ਉਹ ਸ਼ੇਕ ਕਰਨੀ ਸ਼ੁਰੂ ਹੋ ਜਾਏਗੀ, ਕੰਬਣੀ ਸ਼ੁਰੂ ਹੋ ਜਾਏਗੀ। ਤੁਸੀਂ ਉਸ ਨੂੰ ਸਟ੍ਰੇਟ ਹੈਂਡਲ ਨਹੀਂ ਕਰ ਪਾਓਗੇ, ਹੋਲਡ ਨਹੀਂ ਕਰ ਪਾਓਗੇ। ਤੇ ਜੇਕਰ ਉਸੇ ਹੀ ਗਿਲਾਸ ਨੂੰ ਤੁਸੀਂ 1 ਘੰਟਾ 2 ਘੰਟੇ ਹੋਲਡ ਕਰਕੇ ਰੱਖੋ ਤੇ ਉਹਦੇ ਨਾਲ ਕੀ ਹੋਏਗਾ, ਤੁਹਾਡੀ ਬਾਂਹ ਜਿਹੜੀ ਹੈ ਨਾ ਉਹ ਬੁਰੀ ਤਰ੍ਹਾਂ ਦਰਦ ਕਰੇਗੀ, ਪੇਨ ਹੋਏਗੀ ਤੁਹਾਡੀ ਬਾਂਹ ਦੇ ਵਿੱਚ। ਹੋ ਸਕਦਾ ਕਿ ਉਹ ਨੰਬ ਵੀ ਹੋ ਜਾਵੇ, ਸੁੰਨ ਵੀ ਹੋ ਜਾਏ। ਹੋ ਸਕਦਾ ਕਿ ਤੁਹਾਨੂੰ ਉਸ ਤੋਂ ਬਾਅਦ ਕਿਸੇ ਡਾਕਟਰ ਦੇ ਕੋਲ ਜਾਣਾ ਪਵੇ ਦਿਖਾਉਣ ਵਾਸਤੇ।
ਹੋ ਸਕਦਾ ਹੈ ਕਿ ਡਾਕਟਰ ਤੁਹਾਨੂੰ ਕਹਿ ਦੇਵੇ ਕਿ ਤੁਹਾਨੂੰ ਲੰਬੀ ਰੈਸਟ ਦੀ ਜ਼ਰੂਰਤ ਹੈ, ਤੁਹਾਨੂੰ ਕੋਈ ਸਰਜਰੀ ਵੀ ਕਰਵਾਉਣੀ ਪੈ ਸਕਦੀ, ਪੋਸੀਬਲ ਹੋ ਸਕਦਾ ਹੈ। ਬਸ ਚਿੰਤਾ ਇਸੇ ਤਰ੍ਹਾਂ ਦੀ ਹੈ ਜੀ। ਜੇਕਰ ਤੁਹਾਨੂੰ ਕਿਸੇ ਨੇ ਕੋਈ ਗੱਲ ਕਹਿ ਦਿੱਤੀ, ਉਸ ਨੂੰ ਸੁਣਿਆ ਹੈ ਤੁਸੀਂ ਕੰਨਾਂ ਦੇ ਨਾਲ, ਤੇ ਚਾਹੀਦਾ ਇਹ ਹੈ ਕਿ ਇੱਕ ਕੰਨ ਥਾਣੀ ਸੁਣ ਕੇ ਦੂਜੇ ਰਾਹੀਂ ਬਾਹਰ ਕੱਢ ਦਿਓ, ਤੁਹਾਨੂੰ ਕੁਛ ਨਹੀਂ ਹੋਏਗਾ। ਜਿਸ ਤਰ੍ਹਾਂ ਕੁਝ ਸੈਕਿੰਡਸ ਵਾਸਤੇ ਤੁਸੀਂ ਗਲਾਸ ਨੂੰ ਹੱਥ ਦੇ ਵਿੱਚ ਹੋਲਡ ਕੀਤਾ ਸੀ, ਕੁਛ ਨਹੀਂ ਹੋਏਗਾ, ਕੋਈ ਦਰਦ ਨਹੀਂ ਤੁਹਾਨੂੰ ਮਹਿਸੂਸ ਹੋਏਗੀ, ਕੋਈ ਪੇਨ ਨਹੀਂ। ਪਰ ਜੇਕਰ ਉਸੇ ਹੀ ਗੱਲ ਨੂੰ ਤੁਸੀਂ ਕੋਈ 10 15 20 ਮਿੰਟ ਜਾਂ ਅੱਧੇ ਘੰਟੇ ਵਾਸਤੇ ਆਪਣੇ ਦਿਮਾਗ ਦੇ ਵਿੱਚ ਰਿਪੀਟ ਕਰਦੇ ਹੋ, ਉਹਨੂੰ ਘੁਮਾਉਂਦੇ ਹੋ ਆਪਣੇ ਦਿਮਾਗ ਦੇ ਵਿੱਚ ਵਾਰ-ਵਾਰ ਕਿ ਇਹ ਮੈਨੂੰ ਇਹ ਗੱਲ ਕਹਿ ਕਿਉਂ ਗਿਆ, ਇਹ ਨਹੀਂ ਸੀ ਕਹਿਣੀ ਚਾਹੀਦੀ, ਉਹ ਗੱਲ ਤੁਹਾਨੂੰ ਦੁਖੀ ਕਰੇਗੀ, ਉਹਦੇ ਨਾਲ ਤੁਹਾਡੇ ਅੰਦਰ ਹਿਲਜੁਲ ਸਟਾਰਟ ਹੋ ਜਾਏਗੀ। ਪਰ ਜੇਕਰ ਉਸੇ ਹੀ ਗੱਲ ਨੂੰ ਤੁਸੀਂ 1-2 ਘੰਟੇ ਛੱਡਦੇ ਹੀ ਨਹੀਂ ਹੋ, ਵਾਰ-ਵਾਰ ਤੁਹਾਡੇ ਅੰਦਰ ਚੱਲਦੀ ਰਹਿੰਦੀ ਹੈ, ਜਾਂ ਕੁਝ ਦਿਨ ਉਹ ਗੱਲ ਚੱਲਦੀ ਰਹਿੰਦੀ ਹੈ, ਤੇ ਉਹ ਚਿੰਤਾ ਬਣ ਜਾਂਦੀ ਹੈ, ਤੇ ਉਹ ਚਿੰਤਾ ਜਿਹੜੀ ਹੈ ਨਾ ਹੋਰ ਕਈ ਬਿਮਾਰੀਆਂ ਨੂੰ ਜਨਮ ਦਿੰਦੀ ਹੈ। ਇਸੇ ਕਰਕੇ ਸਿਆਣਿਆਂ ਨੇ ਕਿਹਾ ਹੈ ਜੀ, ਕਹਿੰਦੇ ਚਿੰਤਾ ਚਿਖਾ ਬਰਾਬਰ ਹੈ। ਚਿਖਾ ਤੁਹਾਨੂੰ ਪਤਾ ਹੈ ਜੀ, ਜਿਹਨੂੰ ਪੰਜਾਬੀ 'ਚ ਚਿਤਾ ਵੀ ਕਹਿੰਦੇ ਨੇ। ਚਿੰਤਾ ਤੇ ਚਿਤਾ ਦੇ ਵਿੱਚ ਜਿਹੜਾ ਸਪੈਲਿੰਗਸ ਨੇ ਨਾ, ਸਿਰਫ ਇੱਕ ਟਿੱਪੀ, ਪੰਜਾਬੀ ਦੀ ਜਿਹੜੀ ਇੱਕ ਮਾਤਰਾ ਹੈ ਨਾ ਟਿੱਪੀ ਉੱਤੇ ਲੱਗਦੀ ਹੈ, ਇਹਦਾ ਹੀ ਫਰਕ ਹੈ ਜੀ, ਬਹੁਤਾ ਜ਼ਿਆਦਾ ਫਰਕ ਨਹੀਂ ਹੈਗਾ। ਜੇ ਉਸ ਟਿੱਪੀ ਨੂੰ ਹਟਾ ਦਈਏ ਤਾਂ ਚਿਤਾ ਬਣ ਜਾਂਦੀ ਹੈ। ਇਹਦਾ ਮਤਲਬ ਕਿ ਜਿਸ ਇਨਸਾਨ ਦੇ ਅੰਦਰ ਚਿੰਤਾ ਨੇ ਜਨਮ ਲੈ ਲਿਆ, ਇਹ ਚਿੰਤਾ ਉਦੋਂ ਤੱਕ ਇਹਦਾ ਖਹਿੜਾ ਨਹੀਂ ਛੱਡੇਗੀ ਜਦੋਂ ਤੱਕ ਇਸ ਨੂੰ ਇਹ ਚਿਤਾ ਤੇ ਨਹੀਂ ਲਿਟਾ ਦਿੰਦੀ। ਚਿਤਾ ਸਮਝਦੇ ਹੋ ਸਾਧ ਸੰਗਤ ਤੁਸੀਂ? ਪਾਇਰ, ਜਦੋਂ ਇਨਸਾਨ ਦੀ ਡੈਥ ਹੋ ਜਾਂਦੀ ਹੈ ਤੇ ਉਹਨੂੰ ਸੰਸਕਾਰਨ ਵਾਸਤੇ ਲੱਕੜਾਂ ਚਿਣੀਆਂ ਜਾਂਦੀਆਂ ਨੇ, ਉਹ ਚਿਤਾ ਹੁੰਦੀ ਹੈ, ਉਹਦੇ ਉੱਤੇ ਲਿਟਾ ਦਿੱਤਾ ਜਾਂਦਾ ਹੈ, ਸੰਸਕਾਰ ਕੀਤਾ ਜਾਂਦਾ ਹੈ। ਸਿਆਣੇ ਕਹਿੰਦੇ ਇਹ ਚਿੰਤਾ ਇਨਸਾਨ ਨੂੰ ਚਿਤਾ ਤੱਕ ਲੈ ਕੇ ਜਾਂਦੀ ਹੈ। ਤੇ ਇਸੇ ਕਰਕੇ ਤਾਂ ਸਤਿਗੁਰਾਂ ਨੇ ਵਾਰ-ਵਾਰ ਕਿਹਾ, ਕਹਿੰਦੇ ਇਹ ਚਿੰਤਾ ਛੱਡ ਅਚਿੰਤ ਰਹੋ। ਇਸ ਤਰ੍ਹਾਂ ਦਾ ਆਪਣੇ ਅੰਦਰ ਨੂੰ ਬਣਾ ਕਿ ਤੈਨੂੰ ਚਾਹੇ ਕੋਈ ਕੁਝ ਵੀ ਕਹਿ ਦੇ, ਚਾਹੇ ਚੰਗਾ ਕਹੇ ਚਾਹੇ ਮਾੜਾ ਕਹੇ, ਤੇਰਾ ਅੰਦਰ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਕਿ ਉਹਦੀਆਂ ਕਈਆਂ ਹੋਈਆਂ ਗੱਲਾਂ ਦਾ ਤੇਰੇ ਉੱਤੇ ਅਸਰ ਕੋਈ ਨਾ ਹੋਏ। ਤੇ ਜਦੋਂ ਇਸ ਤਰ੍ਹਾਂ ਦਾ ਤੂੰ ਆਪਣੇ ਅੰਦਰ ਨੂੰ ਬਣਾ ਲਏਗਾ ਨਾ, ਫਿਰ ਚਿੰਤਾ ਤੇਰੇ ਨੇੜੇ ਆਉਣ ਵਾਲੀ ਨਹੀਂ। ਪਰ ਹੈ ਕਿ ਅਸਲ ਦੇ ਵਿੱਚ ਸਾਧ ਸੰਗਤ, ਸਾਰੇ ਪਾਸਿਓਂ ਸਾਨੂੰ ਚਿੰਤਾ ਨੇ ਘੇਰਿਆ ਹੋਇਆ ਹੈ। ਅਸਲ 'ਚ ਚਿੰਤਾ ਨੇ ਨਹੀਂ ਘੇਰਿਆ, ਅਸੀਂ ਆਪ ਚਿੰਤਾ ਨੂੰ ਆਵਾਜ਼ ਦਿੰਦੇ ਹਾਂ ਜੀ, ਆਪ ਬੁਲਾਉਂਦੇ ਆਪਣੇ ਵੱਲ। ਜੇਕਰ ਆਪ ਨਾ ਬੁਲਾਈਏ, ਮਜਾਲ ਹੀ ਕੋਈ ਨਹੀਂ ਕਿ ਚਿੰਤਾ ਸਾਡੇ ਵੱਲ ਆ ਜਾਏ। ਇੱਕ ਮਹਾਤਮਾ ਬੁੱਧ ਜਿਹੜੇ ਹੋਏ ਨੇ, ਉਹ ਕਿਸੇ ਪਿੰਡ ਦੇ ਵਿੱਚੋਂ, ਕਿਸੇ ਨਗਰ ਦੇ ਵਿੱਚੋਂ ਲੰਘਦੇ ਪਏ ਸੀ, ਤੇ ਕਿਸੇ ਇਨਸਾਨ ਨੇ, ਇੱਕ ਬੰਦਾ, ਇੱਕ ਆਦਮੀ ਉਹਨਾਂ ਦੇ ਸਾਹਮਣੇ ਆਇਆ ਤੇ ਸਾਹਮਣੇ ਖੜਾ ਹੋ ਕੇ ਉਹਨਾਂ ਨੂੰ ਕਈ ਗਾਲਾਂ ਕੱਢੀਆਂ, ਕਈ ਗਾਲਾਂ ਕੱਢੀਆਂ ਜੀ। ਬੜੇ ਮਾੜੇ ਲਫ਼ਜ਼ ਮਹਾਤਮਾ ਬੁੱਧ ਨੂੰ ਉਸ ਬੰਦੇ ਨੇ, ਉਸ ਇਨਸਾਨ ਨੇ ਬੋਲੇ। ਤੇ ਮਹਾਤਮਾ ਬੁੱਧ ਜੀ ਸ਼ਾਂਤ ਨੇ, ਸ਼ਾਂਤ ਨੇ, ਉਹ ਚੁੱਪ ਕਰਕੇ ਮੁਸਕਰਾਉਂਦੇ ਹੋਏ ਅੱਗੇ ਲੰਘ ਗਏ। ਤੇ ਜਿਹੜਾ ਮਹਾਤਮਾ ਬੁੱਧ ਦਾ ਚੇਲਾ ਸੀ ਨਾ, ਉਹਨੇ ਸਵਾਲ ਕੀਤਾ, ਕਹਿਣ ਲੱਗੇ ਕਮਾਲ ਹੈ, ਉਸ ਇਨਸਾਨ ਨੇ ਤੁਹਾਨੂੰ ਇੰਨੀਆਂ ਗਾਲਾਂ ਕੱਢੀਆਂ, ਇੰਨਾ ਤੁਹਾਨੂੰ ਬੁਰਾ ਭਲਾ ਕਿਹਾ, ਉਸ ਨੂੰ ਕੁਝ ਕਹਿਣ ਦੀ ਬਜਾਏ ਤੁਸੀਂ ਮੁਸਕਰਾ ਕੇ ਉਹਦਾ ਭਲਾ ਕਹਿੰਦੇ ਹੋਏ, ਉਹਨੂੰ ਆਸ਼ੀਰਵਾਦ ਦਿੰਦੇ ਹੋਏ ਉਹਦੇ ਕੋਲੋਂ ਦੀ ਲੰਘ ਗਏ। ਮੈਨੂੰ ਇਸ ਗੱਲ ਦੀ ਸਮਝ ਨਹੀਂ ਆਈ, ਇਹ ਕਿਉਂ? ਤੁਹਾਨੂੰ ਕੁਝ ਕਹਿਣਾ ਚਾਹੀਦਾ ਸੀ, ਉਹ ਤੁਹਾਨੂੰ ਬਿਨਾਂ ਮਤਲਬ ਤੋਂ ਇੰਨੀਆਂ ਗਾਲਾਂ ਕੱਢੀ ਗਿਆ, ਤੁਸੀਂ ਸੁਣਦੇ ਰਹੇ ਚੁੱਪ ਕਰਕੇ, ਤੁਹਾਨੂੰ ਕੁਝ ਕਹਿਣਾ ਚਾਹੀਦਾ ਸੀ। ਤੇ ਮਹਾਤਮਾ ਬੁੱਧ ਜੀ ਨੇ ਉਸ ਜਵਾਬ ਬੜਾ ਪਿਆਰਾ ਦਿੱਤਾ ਸਾਧ ਸੰਗਤ। ਜੇਕਰ ਉਸ ਜਵਾਬ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਈਏ ਨਾ ਕਿਤੇ, ਤੇ ਵਾਕਈ ਸਾਡੇ ਜੀਵਨ ਦੇ ਵਿੱਚੋਂ ਵੀ ਚਿੰਤਾ ਚਲੀ ਜਾਏਗੀ। ਉਹਨਾਂ ਨੇ ਜਵਾਬ ਪਤਾ ਕੀ ਦਿੱਤਾ? ਕਹਿਣ ਲੱਗੇ, ਦੇਖ, ਤੂੰ ਮੈਨੂੰ ਕੋਈ ਚੀਜ਼ ਦੇਣੀ ਚਾਹੇ, ਮੈਂ ਲਵਾਂ ਹੀ ਨਾ। ਸਪੋਜ਼ ਕਰ ਲਾ ਕਿ ਤੇਰੇ ਕੋਲ ਇੱਕ ਕਿਤਾਬ ਹੈ, ਉਹ ਕਿਤਾਬ ਤੂੰ ਮੈਨੂੰ ਦੇਣੀ ਚਾਹੇ, ਮੈਂ ਤੇਰੇ ਕੋਲ ਲਵਾਂ ਹੀ ਨਾ, ਕਿਹਦੇ ਕੋਲ ਰਹੇਗੀ? ਉਹ ਕਹਿੰਦਾ ਮੇਰੇ ਕੋਲ ਹੀ ਰਹਿ ਜਾਏਗੀ। ਗੱਲ ਸਿਰਫ ਕਹਿੰਦੇ ਇੰਨੀ ਕੁ ਹੈ। ਉਸ ਬੰਦੇ ਨੇ ਮੈਨੂੰ ਗਾਲਾਂ ਕੱਢੀਆਂ, ਮੈਨੂੰ ਮਾੜੇ ਬਚਨ ਬੋਲੇ, ਮਾੜੇ ਲਫ਼ਜ਼, ਮਾੜੀ ਵਰਡਿੰਗ ਮੇਰੇ ਵਾਸਤੇ ਯੂਜ਼ ਕੀਤੀ, ਮੈਂ ਲਈ ਕੋਈ ਨਹੀਂ ਉਹਦੇ ਕੋਲੋਂ, ਮੈਂ ਲਈ ਹੀ ਕੋਈ ਨਹੀਂ ਉਹਦੇ ਕੋਲੋਂ। ਤੇ ਜੇਕਰ ਮੈਂ ਲਈ ਕੋਈ ਨਹੀਂ, ਤੇ ਫਿਰ ਰਹੀ ਕਿਹਦੇ ਕੋਲ? ਗੱਲ ਸਮਝ ਪੈ ਗਈ। ਕਹਿੰਦਾ ਵਾਕਈ ਜੇਕਰ ਤੁਸੀਂ ਲਈ ਨਹੀਂ ਤੇ ਰਹਿ ਤਾਂ ਕੇਵਲ ਉਹਦੇ ਕੋਲ ਹੀ ਗਈ, ਤੁਹਾਡੇ ਕੋਲ ਥੋੜੀ ਨਾ ਆਈ। ਇਨਸਾਨ ਦਾ ਅੰਦਰ ਇਦਾਂ ਦਾ ਹੋ ਜਾਏ ਤੇ ਸਾਧ ਸੰਗਤ ਇਹ ਚਿੰਤਾ ਆਪਣੇ ਆਪ ਹੀ ਚਲੀ ਜਾਏਗੀ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਪਏ ਨੇ, ਕਹਿੰਦੇ ਇਦਾਂ ਹੋ ਸਕਦਾ ਹੈ, ਪਰ ਹੋਵੇਗਾ ਕਦੋਂ? ਜਦੋਂ
ਸਾਹਿਬ ਜੀ ਦਾ ਬਚਨ ਆਪਾਂ ਪੜ੍ਹ ਲਈਏ ਜੀ। ਪਾਤਸ਼ਾਹ ਜੀ ਕਹਿੰਦੇ ਲੱਲਾ, ਜਿਹੜਾ ਗੁਰਮੁਖੀ ਹੈ ਨਾ, ਗੁਰਮੁਖੀ ਦਾ ਜਿਹੜਾ ਲੈਟਰ ਹੈ ਲੱਲਾ, ਉਹਦੇ ਰਾਹੀਂ ਸਤਿਗੁਰੂ ਜੀ ਉਪਦੇਸ਼ ਦਿੰਦੇ ਪਏ ਨੇ। ਕਹਿੰਦੇ ਲੱਲਾ ਲਾਵੋਂ ਔਖਦ ਜਾਹੂੰ, ਦੁਖ ਦਰਦ ਤਿਹ ਮਿਟੈ ਖਿਨਾਹੂੰ, ਨਾਮ ਔਖਦ ਜਿਹ ਹਿਰਦੈ ਹਿਤਾਵੈ, ਤਾਹੇ ਰੋਗ ਸੁਪਨੇ ਨਹੀਂ ਆਵੇ। ਸਤਿਗੁਰੂ ਜੀ ਕਹਿੰਦੇ ਤੂੰ ਜਿਉਂਦੇ ਇਨਸਾਨ ਦੀ ਗੱਲ ਛੱਡ, ਜਿਹੜਾ ਜਾਗਦਾ ਪਿਆ ਹੈ ਉਸ ਇਨਸਾਨ ਦੀ ਗੱਲ ਛੱਡ, ਸੁੱਤੇ ਪਿਆਂ ਵੀ ਚਿੰਤਾ ਤੇਰੇ ਨੇੜੇ ਨਹੀਂ ਆਏਗੀ ਜੇਕਰ ਤੂੰ ਇਹ ਵਾਲਾ ਕੰਮ ਕਰ ਲੈ। ਕਿਹੜਾ? ਕਹਿੰਦੇ ਤੈਨੂੰ ਜੇਕਰ ਇਹ ਰੋਗ ਹੈ ਨਾ ਚਿੰਤਾ, ਤੇ ਤੈਨੂੰ ਇਲਾਜ ਦੀ ਜ਼ਰੂਰਤ ਹੈ। ਨੈਚੁਰਲੀ ਗੱਲ ਹੈ, ਸਾਧ ਸੰਗਤ, ਕੋਈ ਰੋਗ ਲੱਗਾ ਹੋਵੇ, ਕੋਈ ਬਿਮਾਰੀ ਲੱਗੀ ਹੋਵੇ, ਤੇ ਉਹਦੇ ਇਲਾਜ ਵਾਸਤੇ ਆਪਾਂ ਡਾਕਟਰ ਕੋਲ ਜਾਂਦੇ ਹਾਂ। ਐਸਾ ਥੋੜੀ ਨਾ ਹੈ ਕਿ ਸਾਨੂੰ ਪਤਾ ਲੱਗ ਗਿਆ ਕਿ ਮੈਨੂੰ ਫਲੂ ਹੋਇਆ ਪਿਆ ਤੇ ਮੈਂ ਘਰੇ ਬੈਠਾ ਰਵਾਂ, ਬੁਖਾਰ ਹੋ ਗਿਆ ਮੈਂ ਘਰੇ ਬੈਠਾ ਰਵਾਂ, ਡਾਕਟਰ ਦੇ ਕੋਲ ਜਾਵਾਂਗਾ। ਸਤਿਗੁਰੂ ਜੀ ਕਹਿੰਦੇ ਜੇਕਰ ਤੈਨੂੰ ਲੱਗਦਾ ਨਾ ਕਿ ਤੂੰ ਸੋਚਦਾ ਬਹੁਤ ਹੈ, ਚਿੰਤਾ ਬੜੀ ਕਰਦਾ ਹੈ, ਤੈਨੂੰ ਇਲਾਜ ਦੀ ਜ਼ਰੂਰਤ ਹੈ। ਇਲਾਜ ਕਰਾਉਣਾ ਚਾਹੀਦਾ ਤੈਨੂੰ ਡਾਕਟਰ ਦੇ ਕੋਲ ਜਾਣਾ ਚਾਹੀਦਾ ਹੈ। ਤੇ ਇਸ ਚਿੰਤਾ ਦਾ ਇਲਾਜ ਕਿਸੇ ਬਾਹਰੀ ਡਾਕਟਰ ਦੇ ਕੋਲ ਨਹੀਂ ਜੇ ਹੈ। ਦੁਨੀਆ ਦਾ ਕੋਈ ਡਾਕਟਰ ਤੁਹਾਡੀ ਇਸ ਚਿੰਤਾ ਦਾ ਇਲਾਜ ਨਹੀਂ ਜੇ ਕਰ ਸਕਦਾ। ਤੁਹਾਨੂੰ ਹੌਸਲਾ ਦੇ ਸਕਦਾ ਹੈ, ਪਰ ਚਿੰਤਾ ਤੁਹਾਡੇ ਅੰਦਰੋਂ ਉਹ ਕੱਢ ਨਹੀਂ ਜੇ ਸਕਦਾ। ਇੱਕ ਡਾਕਟਰ ਹੈ ਜਿਹੜਾ ਇਸ ਚਿੰਤਾ ਦਾ ਇਲਾਜ ਕਰਦਾ ਹੈ, ਉਹ ਹੈ ਜੀ ਗੁਰੂ। ਸਤਿਗੁਰੂ ਜੀ ਕਹਿੰਦੇ ਬਸ ਇੰਨਾ ਕੋ ਕੰਮ ਕਰ ਕਿ ਤੂੰ ਗੁਰੂ ਦੇ ਕੋਲ ਆ, ਗੁਰੂ ਦੇ ਕੋਲੋਂ ਤੈਨੂੰ ਇੱਕ ਦਵਾਈ, ਇੱਕ ਮੈਡੀਸਿਨ ਮਿਲਣੀ ਹੈ। ਇੱਕ ਮੈਡੀਸਿਨ ਮਿਲੇਗੀ ਗੁਰੂ ਦੇ ਕੋਲੋਂ ਤੈਨੂੰ, ਉਹ ਦਵਾਈ ਲੈ ਕੇ ਉਹਨੂੰ ਖਾਣੀ ਸ਼ੁਰੂ ਕਰ। ਜਿਵੇਂ ਜਿਵੇਂ ਖਾਏਗਾ ਫਿਰ ਤੇਰੇ ਅੰਦਰੋਂ ਇਹ ਚਿੰਤਾ ਜਿਹੜੀ ਹੈ ਨਾ, ਇਹ ਦੂਰ ਹੋਣੀ ਸ਼ੁਰੂ ਹੋ ਜਾਏਗੀ, ਠੀਕ ਹੋਣੀ ਸ਼ੁਰੂ ਹੋ ਜਾਏਗੀ, ਇਹ ਕਿਉਰ ਹੋ ਜਾਏਗੀ ਜੀ। ਪਰ ਕਰਨਾ ਕੀ ਪਏਗਾ? ਗੁਰੂ ਦੇ ਕੋਲ ਆਣ ਕੇ ਇੱਥੋਂ ਦਵਾਈ ਲੈਣੀ ਪਏਗੀ। ਬਚਨ ਪੜ੍ਹੋ ਫਿਰ ਇੱਕ ਵਾਰ ਜੀ, ਸਕਰੀਨ ਤੇ ਮੇਰੇ ਖਿਆਲ ਸ਼ੋ ਵੀ ਹੋਏਗਾ। ਸਾਹਿਬ ਜੀ ਕਹਿੰਦੇ ਲੱਲਾ ਲਾਵੋਂ ਔਖਦ ਜਾਹੂੰ, ਦੁਖ ਦਰਦ ਤਿਹ ਮਿਟੈ ਖਿਨਾਹੂੰ। ਖਿਨਾਹੂੰ ਦਾ ਮਤਲਬ ਹੁੰਦਾ ਜੀ ਬੜੀ ਛੇਤੀ, ਇਨਸਟੈਂਟ, ਬੜੀ ਛੇਤੀ ਜੀ। ਸਾਹਿਬ ਜੀ ਕਹਿੰਦੇ ਦੁਖ ਦਰਦ ਤਿਹ ਮਿਟੈ ਖਿਨਾਹੂੰ, ਨਾਮ ਔਖਦ ਜਿਹ ਹਿਰਦੈ ਹਿਤਾਵੈ। ਹਿਰਦੈ ਹਿਤਾਵੈ, ਨਾਮ ਔਖਦ, ਨਾਮ ਦੀ ਦਵਾਈ ਗੁਰੂ ਨੇ ਦੇਣੀ ਹੈ। ਜਦੋਂ ਉਹ ਦਵਾਈ ਤੁਹਾਡੇ ਅੰਦਰ ਵਸ ਜਾਏਗੀ, ਜਦੋਂ ਉਹਨੂੰ ਆਪਾਂ ਖਾਣੀ ਸ਼ੁਰੂ ਕਰਾਂਗੇ, ਜਪਾਂਗੇ ਜੀ ਜ਼ੁਬਾਨ ਦੇ ਨਾਲ ਜਪਿਆ, ਕੰਨਾਂ ਦੇ ਨਾਲ ਸੁਣਿਆ, ਉਹ ਦਵਾਈ, ਉਹ ਮੈਡੀਸਿਨ ਚਲੀ ਗਈ ਸਾਡੇ ਅੰਦਰ। ਫਿਰ ਕੀ ਹੋਏਗਾ? ਸਾਹਿਬ ਜੀ ਕਹਿੰਦੇ ਤਾਹੇ ਰੋਗ ਸੁਪਨੇ ਨਹੀਂ ਆਵੇ। ਫਿਰ ਇਹ ਚਿੰਤਾ ਜਿਉਂਦੇ ਜਾਗਦਿਆਂ ਹੋਇਆਂ ਤਾਂ ਕਿ ਸੁੱਤੇ ਪਿਆਂ ਵੀ ਤੇਰੇ ਨੇੜੇ ਨਹੀਂ ਆਏਗੀ। ਤਾਹੇ ਰੋਗ ਸੁਪਨੇ ਨਹੀਂ ਆਵੇ। ਸਾਹਿਬ ਜੀ ਕਹਿੰਦੇ ਹਰ ਔਖਦ ਸਭ ਘਟ ਹੈ ਭਾਈ। ਇਹ ਨਾਮ ਜਿਹੜਾ ਗੁਰੂ ਨੇ ਸਾਨੂੰ ਦਵਾਈ ਦੇਣੀ ਹੈ ਨਾ, ਸਤਿਗੁਰੂ ਜੀ ਕਹਿੰਦੇ ਕਿਤੇ ਬਾਹਰ ਨਹੀਂ ਹੈ, ਬਾਹਰ ਨਹੀਂ ਹੈ। ਇਹਦੀ ਖਾਸੀਅਤ ਇਹ ਹੈ ਕਿ ਉਹ ਤੇਰੇ ਅੰਦਰ ਹੀ ਹੈ, ਹਰ ਇੱਕ ਦੇ ਅੰਦਰ ਹੈ। ਹਰ ਔਖਦ ਸਭ ਘਟ ਹੈ ਭਾਈ, ਪਰ ਗੁਰ ਪੂਰੇ ਬਿਨ ਬਿਦ ਨਾ ਬਣਾਈ। ਪੂਰੇ ਗੁਰੂ ਤੋਂ ਬਿਨਾ ਸਮਝ ਨਹੀਂ ਪੈਂਦੀ ਕਿ ਉਹ ਮੇਰੇ ਦਵਾਈ ਅੰਦਰ ਹੀ ਬੈਠੀ ਹੋਈ ਹੈ, ਤੇ ਗੁਰੂ ਨੇ ਦੱਸਣਾ ਹੈ ਕਿ ਉਸ ਨੂੰ ਅੰਦਰੋਂ ਕਿਵੇਂ ਪ੍ਰਗਟ ਕਰਨਾ ਹੈ। ਤੇ ਜਦੋਂ ਗੁਰੂ ਦਾ ਦੱਸਿਆ ਹੋਇਆ ਮੈਥਡ ਅਪਣਾਵਾਂਗੇ ਫਿਰ ਕੀ ਹੋਏਗਾ? ਇਹ ਨਾਮ ਦਾ ਜਿਹੜਾ ਔਖਦ ਹੈ ਨਾ, ਦਾਰੂ ਹੈ, ਦਵਾਈ ਹੈ ਜਿਹੜੀ, ਉਹ ਆਪਣਾ ਕੰਮ ਕਰਨਾ ਸਟਾਰਟ ਕਰੇਗੀ। ਪਰ ਇੱਥੇ ਇੱਕ ਗੱਲ ਹੋਰ ਗੁਰੂ ਸਾਹਿਬ ਨੇ ਐਡ ਕੀਤੀ ਹੈ, ਕਹਿੰਦੇ ਧਿਆਨ ਰੱਖਿਓ, ਜਿੱਥੇ ਗੁਰੂ ਨੇ ਦਵਾਈ ਦੇਣੀ ਹੈ ਉੱਥੇ ਨਾਲ ਕੁਝ ਪ੍ਰੀਕਾਸ਼ਨਸ ਵੀ ਦੱਸਣੇ ਨੇ। ਗੁਰਪੂਰੈ ਬਿਨ ਬਿਦ ਨਾ ਬਣਾਈ, ਗੁਰਪੂਰੈ ਸੰਜਮ ਕਰ ਦਿਆ। ਸੰਜਮ ਦਾ ਮਤਲਬ ਹੈ ਜੀ ਇੱਥੇ ਪ੍ਰੀਕਾਸ਼ਨ। ਗੁਰੂ ਨੇ ਕੁਝ ਪ੍ਰੀਕਾਸ਼ਨਸ ਵੀ ਦੱਸਣੇ ਨੇ, ਕੁਝ ਗੱਲਾਂ ਤੁਹਾਨੂੰ ਦੱਸਣੀਆਂ ਨੇ ਕਿ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਹੈ, ਇਹਨਾਂ ਗੱਲਾਂ ਨੂੰ ਆਪਣੇ ਜੀਵਨ ਦੇ ਵਿੱਚ ਅਪਲਾਈ ਕਰੀ। ਫਿਰ ਗੁਰਪੂਰੈ ਸੰਜਮ ਕਰ ਦਿਆ ਨਾਨਕ, ਤਉ ਫਿਰ ਦੁੱਖ ਨਾ ਥੀਆ। ਫਿਰ ਕਹਿੰਦੇ ਤੇਰੇ ਜੀਵਨ ਚੋਂ ਚਿੰਤਾ ਹਮੇਸ਼ਾ ਵਾਸਤੇ ਗਈ, ਹਮੇਸ਼ਾ ਵਾਸਤੇ ਚਲੀ ਜਾਏਗੀ ਚਿੰਤਾ। ਕਹਿੰਦੇ ਇੱਕ ਵੈਸੇ ਸਭ ਤੋਂ ਵੱਡੀ ਚਿੰਤਾ ਪਤਾ ਕੀ ਹੈ ਸਾਧ ਸੰਗਤ? ਬਾਣੀ ਦੇ ਵਿੱਚੋਂ ਪੜ੍ਹੀਏ, ਪਾਤਸ਼ਾਹ ਜੀ ਕਹਿੰਦੇ ਭੈ ਮਰਬੇ ਕੋ ਬਿਸਰਤ ਨਾ ਹਨ, ਤਿਹ ਚਿੰਤਾ ਤਨ ਜਾਰਾ। ਬੜੀ ਤਰ੍ਹਾਂ ਦੀ ਚਿੰਤਾ ਇੱਕ ਤਰ੍ਹਾਂ ਦੀ ਨਹੀਂ ਜੇ। ਮੀਂਹ ਨਾ ਪਵੇ ਤਾਂ ਵੀ ਚਿੰਤਾ, ਜੇ ਮੀਂਹ ਪੈਣਾ ਸ਼ੁਰੂ ਹੋ ਗਿਆ ਤਾਂ ਵੀ ਚਿੰਤਾ,
ਕੁਝ ਨਹੀਂ ਮਿਲਿਆ ਤਾਂ ਵੀ ਚਿੰਤਾ, ਮਿਲ ਗਿਆ ਤਾਂ ਵੀ ਚਿੰਤਾ। ਇਹ ਚਿੰਤਾ ਖਹਿੜਾ ਥੋੜੀ ਨਾ ਛੱਡਦੀ ਹੈ। ਸਿਆਣੇ ਕਹਿੰਦੇ ਦਾਤਰੀ ਪੰਜਾਬੀ ਦਾ ਵਰਡ ਹੈ ਜੀ, ਸ਼ਾਇਦ ਤੁਹਾਨੂੰ ਸਮਝ ਨਾ ਪਵੇ, ਜਿਹਦੇ ਨਾਲ ਫਸਲ ਕੱਟੀ ਜਾਂਦੀ ਹੈ, ਜਿਹਦੇ ਨਾਲ ਫਸਲ ਕੱਟਦੇ ਨੇ ਉਸ ਨੂੰ ਦਾਤਰੀ ਕਹਿੰਦੇ ਨੇ ਪੰਜਾਬੀ 'ਚ। ਤੇ ਉਹਦੇ ਜਿਹੜੇ ਦੰਦੇ ਨੇ ਨਾ ਜੀ, ਉਹ ਇੱਕ ਬੰਨਿਓ ਤਿੱਖੀ ਹੁੰਦੀ ਆ, ਆਪਾਂ ਇੱਦਾਂ ਕਹਿ ਲਈਏ, ਜਾਂ ਸਿੰਪਲ ਕਹਿ ਲਈਏ ਗੱਲ ਜੀ, ਕਿ ਜਿਹੜਾ ਨਾਈਫ ਹੁੰਦਾ ਹੈ, ਚਾਕੂ ਹੈ, ਘਰ ਦੇ ਵਿੱਚ ਆਪਾਂ ਸਬਜ਼ੀਆਂ ਕੱਟਣ ਵਾਸਤੇ ਯੂਜ਼ ਕਰਦੇ ਹਾਂ, ਉਹ ਇੱਕ ਸਾਈਡ ਤੋਂ ਸ਼ਾਰਪ ਹੁੰਦਾ ਹੈ, ਤਿੱਖਾ ਹੁੰਦਾ ਹੈ। ਚਾਕੂ ਤਾਂ ਜਾਂ ਦਾਤਰੀ ਜਿਹੜੀ ਹੈ ਉਹ ਇੱਕ ਪਾਸੇ ਤੋਂ ਸ਼ਾਰਪ ਹੈ। ਪੰਜਾਬੀ ਦੀ ਕਹਾਵਤ ਹੈ, ਸੇਇੰਗ ਹੈ, ਕਹਿੰਦੇ ਦਾਤਰੀ ਦੇ ਤਾਂ ਇੱਕ ਪਾਸੇ ਦੰਦੇ ਹੁੰਦੇ ਨੇ, ਪਰ ਮੈਂ ਇੱਥੇ ਥੋੜਾ ਜਿਹਾ ਇਹਨੂੰ ਇਦਾਂ ਕਹਿ ਦੇਵਾਂ, ਦਾਤਰੀ ਦੇ ਤਾਂ ਇੱਕ ਪਾਸੇ ਦੰਦੇ ਨੇ, ਦੁਨੀਆ ਦੇ ਦੋਨੋਂ ਪਾਸੇ ਨੇ, ਕਿਸੇ ਬੰਨੇ ਪੂਰਾ ਨਹੀਂ ਜੀ ਹੁੰਦਾ ਇਨਸਾਨ। ਮੀਂਹ ਨਹੀਂ ਪੈ ਰਿਹਾ ਹੈ, ਮਰ ਕੇ ਗਰਮੀ ਬੜੀ ਹੈ, ਰੱਬਾ ਕੀ ਹੋ ਗਿਆ ਤੈਨੂੰ? ਤੇ ਜੀ ਰੱਬ ਨੇ ਮੀਂਹ ਪਾਉਣਾ ਸ਼ੁਰੂ ਕਰ ਦਿੱਤਾ, ਨਹੀਂ ਹਟ ਰਿਹਾ, ਤੇ ਫਿਰ ਉੱਥੇ ਵੀ ਅਸੀਂ ਚਿੰਤਾ ਦੇ ਵਿੱਚ ਡੁੱਬ ਜਾਂਦੇ ਹਾਂ, ਮੀਂਹ ਕਿਉਂ ਨਹੀਂ ਹਟਦਾ ਪਿਆ? ਗੁਰੂ ਸਾਹਿਬ ਨੇ ਬਚਨ ਕਿਹਾ ਜੀ ਬਾਣੀ 'ਚ, ਕਹਿੰਦੇ ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ। ਇਹ ਸਾਨੂੰ ਲੱਗਦਾ ਹੈ ਕਿ ਜਿਹਦੇ ਕੋਲ ਬੜੀ ਦੌਲਤ ਹੈ, ਬੜਾ ਸੁਖੀ ਹੈ। ਸਤਿਗੁਰੂ ਜੀ ਕਹਿੰਦੇ ਭੁਲੇਖੇ 'ਚ ਨਾ ਰਿਓ, ਉਹ ਵੀ ਚਿੰਤਾ ਦੇ ਵਿੱਚ ਡੁੱਬਾ ਹੋਇਆ ਹੈ। ਜਿਸ ਗ੍ਰਹਿ ਬਹੁਤ ਬੜੀ ਹੈ ਜਿਹਦੇ ਕੋਲ ਦੌਲਤ, ਤਿਸੇ ਗ੍ਰਹਿ ਚਿੰਤਾ, ਉਹ ਵੀ ਚਿੰਤਾ ਦੇ ਵਿੱਚ ਹੈ। ਤੇ ਜਿਹਦੇ ਕੋਲ ਕੁਝ ਨਹੀਂ, ਉਹ ਵੀ ਚਿੰਤਾ 'ਚ ਹੈ। ਜਿਹੜਾ ਅਮੀਰ ਹੈ, ਚਾਹੀਦਾ ਤਾਂ ਇਹ ਸੀ ਨਾ, ਜੇ ਉਹਦੇ ਕੋਲ ਸਭ ਕੁਝ ਹੈ ਤਾਂ ਉਹ ਬੜਾ ਸੁਖੀ ਹੋਣਾ ਚਾਹੀਦਾ ਸੀ। ਸਤਿਗੁਰੂ ਜੀ ਕਹਿੰਦੇ ਪਰ ਹੈ ਨਹੀਂ। ਕਿਉਂ? ਕਿਉਂਕਿ ਉਹਦੇ ਕੋਲ ਸਿਰਫ ਸੰਸਾਰ ਦੀ ਦੌਲਤ ਹੈ, ਅੰਦਰ ਦੀ ਦੌਲਤ ਨਹੀਂ ਹੈ ਉਹਦੇ ਕੋਲ। ਤੇ ਜਦੋਂ ਤੱਕ ਅੰਦਰ ਦੀ ਦੌਲਤ ਨਹੀਂ ਹੋਏਗੀ, ਚਿੰਤਾ ਨਹੀਂ ਖਤਮ ਹੋਣੀ। ਪਾਤਸ਼ਾਹ ਜੀ ਕਹਿੰਦੇ ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋਰੀ ਸੋ ਫਿਰੈ ਪਰਮੰਤਾ, ਦੁਹੂ ਵਿਵਸਥਾ ਤੇ ਜੋ ਮੁਕਤਾ, ਸੋਈ ਸੁਹੇਲਾ ਪਾਲੀਐ। ਸੁਖੀ ਕੌਣ ਹੈ? ਜਿਹੜਾ ਅੰਦਰੋਂ ਟਿਕਿਆ ਹੋਇਆ, ਜਿਹੜਾ ਅੰਦਰੋਂ ਟਿਕਿਆ ਹੋਇਆ ਹੈ, ਜਿਸ ਨੂੰ ਗੁਰੂ ਦੇ ਪਾਸੋਂ ਨਾਮ ਦਾ ਔਖਦ ਦਾਰੂ ਮਿਲ ਗਿਆ। ਸਤਿਗੁਰੂ ਜੀ ਕਹਿੰਦੇ ਉਹ ਸੁਹੇਲਾ ਹੈ, ਉਹ ਸੁਖੀ ਹੈ, ਉਹਦੇ ਅੰਦਰ ਚਿੰਤਾ ਨਹੀਂ ਜੇ ਹੈਗੀ। ਮੌਤ ਦੀ ਚਿੰਤਾ ਜ਼ਿਆਦਾ ਤੰਗ ਕਰਦੀ ਹੈ। ਤੇ ਕਹਿੰਦੇ ਇੱਕ ਮਹਾਤਮਾ ਬੁੱਧ ਦੇ ਕੋਲ ਮਾਤਾ ਆਈ, ਉਸ ਮਾਤਾ ਦੇ ਪੁੱਤਰ ਦੀ ਡੈਥ ਹੋ ਗਈ ਹੈ। ਉਸ ਮਾਤਾ ਦੇ ਪੁੱਤਰ ਦੀ ਡੈਥ ਹੋ ਗਈ ਹੈ ਤੇ ਉਹ ਮਾਤਾ ਆਣ ਕੇ ਮਹਾਤਮਾ ਬੁੱਧ ਨੂੰ ਕਹਿੰਦੀ ਹੈ, ਕਹਿੰਦੇ ਭਗਵਾਨ ਮੇਰੇ ਇਸ ਪੁੱਤਰ ਨੂੰ ਜਿਉਂਦਾ ਕਰ, ਮੈਂ ਇਕੱਲੀ ਰਹਿ ਗਈ, ਮੇਰਾ ਇਕਲੌਤਾ ਪੁੱਤਰ ਚਲਾ ਗਿਆ ਮੈਨੂੰ ਛੱਡ ਕੇ, ਮੈਂ ਬੜੀ ਦੁਖੀ ਹਾਂ, ਮੈਨੂੰ ਚਿੰਤਾ ਲੱਗੀ ਰਹਿੰਦੀ ਹੈ, ਮੇਰਾ ਹੋਏਗਾ ਕੀ, ਇਹਨੂੰ ਜਿਉਂਦਾ ਕਰ। ਤੇ ਮਹਾਤਮਾ ਬੁੱਧ ਨੇ ਪਤਾ ਕੀ ਕਿਹਾ ਅੱਗੋਂ? ਕਹਿਣ ਲੱਗਾ ਮਾਤਾ, ਇੱਕ ਸ਼ਰਤ ਤੇ ਮੈਂ ਇਸ ਨੂੰ ਜਿਉਂਦਾ ਕਰ ਸਕਣਾ। ਉਹ ਸ਼ਰਤ ਪਤਾ ਕੀ ਹੈ? ਤੂੰ ਆਪਣੇ ਇਸ ਪਿੰਡ ਦੇ ਹਰ ਇੱਕ ਘਰ ਦੇ ਵਿੱਚ ਜਾ, ਪਤਾ ਕਰ, ਹਰ ਇੱਕ ਘਰ ਦੇ ਵਿੱਚੋਂ ਪਤਾ ਕਰ ਕਿ ਉਹਨਾਂ ਦੇ ਘਰ ਦੇ ਵਿੱਚ ਮੌਤ ਨਹੀਂ ਆਈ, ਕਿ ਉਹਨਾਂ ਦੇ ਘਰ ਦੇ ਵਿੱਚੋਂ ਕਿਸੇ ਦੀ ਡੈਥ ਨਹੀਂ ਹੋਈ। ਜੇਕਰ ਤੈਨੂੰ ਕੋਈ ਐਸਾ ਘਰ ਲੱਭ ਜਾਏਗਾ ਜਿੱਥੇ ਅੱਜ ਤੱਕ ਮੌਤ ਹੋਈ ਕੋਈ ਨਹੀਂ, ਮੈਂ ਤੇਰੇ ਪੁੱਤਰ ਨੂੰ ਜਿਉਂਦਾ ਕਰ ਦਿਆਂਗਾ। ਉਹ ਮਾਤਾ ਪਿੰਡ ਦੇ ਵਿੱਚ ਘੁੰਮਦੀ ਹੈ ਜੀ, ਸਾਰੇ ਕੱਲੇ ਕੱਲੇ ਘਰ ਦੇ ਵਿੱਚ ਪੁੱਛਦੀ ਹੈ ਜਾ ਕੇ, ਕਹਿੰਦੀ ਕੋਈ ਐਸਾ ਘਰ ਲੱਭ ਜਾਏ ਜਿੱਥੇ ਮੌਤ ਨਾ ਹੀ ਹੋਵੇ। ਹਰ ਕੋਈ ਕਹਿੰਦਾ ਜੀ ਮੇਰਾ ਪਿਤਾ ਚਲਾ ਗਿਆ, ਮੇਰੀ ਪਤਨੀ ਚਲੀ ਗਈ, ਮੇਰਾ ਪੁੱਤਰ ਚਲਾ ਗਿਆ, ਮੇਰਾ ਆ ਚਲਾ ਗਿਆ। ਉਹ ਥੱਕ ਹਾਰ ਕੇ ਵਾਪਸ ਆਈ ਤੇ ਆਣ ਕੇ ਕਹਿਣ ਲੱਗੀ, ਕਹਿੰਦੀ ਐਸਾ ਘਰ ਹੈ ਹੀ ਕੋਈ ਨਹੀਂ। ਸਿਰਫ ਗੱਲ ਇੰਨੀ ਕਿ ਮਹਾਤਮਾ ਬੁੱਧ ਨੇ ਕਿਹਾ, ਕਹਿਣ ਲੱਗੇ ਗੱਲ ਇੰਨੀ ਕਿ ਮਾਈ, ਜਿਹੜਾ ਵੀ ਉਸ ਮਾਲਕ ਨੇ ਪੈਦਾ ਕੀਤਾ ਹੈ ਉਹਨੇ ਇੱਕ ਦਿਨ ਜਾਣਾ ਜ਼ਰੂਰ ਹੈ, ਤੇ ਜਿਸ ਨੇ ਜਾਣਾ ਹੈ, ਜੇ ਮੌਤ ਆਉਣੀ ਹੀ ਆਉਣੀ ਹੈ ਤੇ ਫਿਰ ਚਿੰਤਾ ਕਰਨ ਦੀ ਜ਼ਰੂਰਤ ਕੋਈ ਨਹੀਂ। ਹਾਂ, ਪਰ ਜੇ ਇਸ ਚਿੰਤਾ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਹੀ, ਸਤਿਗੁਰੂ ਜੀ ਕਹਿੰਦੇ ਜੇ ਚਾਹੁੰਦਾ ਹੈ ਕਿ ਤੂੰ ਇਸ ਚਿੰਤਾ ਤੋਂ ਤੇਰਾ ਛੁਟਕਾਰਾ ਹੋ ਜਾਏ, ਤੇ ਉਹਦੇ ਵਾਸਤੇ ਇੱਕ ਹੀ ਕੰਮ ਕਰਨਾ ਪਏਗਾ। ਉਹ ਕੰਮ ਕੀ ਹੈ? ਸਤਿਗੁਰੂ ਜੀ ਕਹਿੰਦੇ ਕੇਵਲ ਪਰਮਾਤਮਾ ਦੀ ਯਾਦ ਵਿੱਚ ਜੁੜ ਜਾ, ਉਹਦੇ ਨਾਮ ਦੇ ਵਿੱਚ ਜੁੜ ਜਾ, ਉਹਦੀ ਬੰਦਗੀ ਦੇ ਵਿੱਚ ਜੁੜ ਜਾ, ਚਿੰਤਾ ਦੇ ਕੋਲੋਂ ਤੈਨੂੰ ਛੁਟਕਾਰਾ ਮਿਲ ਜਾਏਗਾ। ਪਰ ਜੇ ਨਹੀਂ ਤੇ ਫਿਰ ਇਹ ਚਿੰਤਾ ਜਿਹੜੀ ਹੈ ਤੈਨੂੰ ਚਿਤਾ ਤੇ ਜ਼ਰੂਰ ਲਿਟਾ ਕੇ ਛੱਡੇਗੀ। ਇਸ ਚਿੰਤਾ ਤੋਂ ਅਨੇਕਾਂ ਐਸੀਆਂ ਬਿਮਾਰੀਆਂ ਪੈਦਾ ਹੋਣਗੀਆਂ ਜਿਹੜੀਆਂ ਤੇਰੇ ਇਸ ਜੀਵਨ ਦਾ ਅੰਤ ਹੀ ਕਰ ਦੇਣਗੀਆਂ। ਚਿੰਤਾ ਇਹ ਵਾਰ-ਵਾਰ ਸੋਚਾਂਗੇ, ਸਟ੍ਰੈਸ ਆਏਗਾ, ਡਿਪਰੈਸ਼ਨ ਵਧੇਗਾ, ਹਾਈ ਬੀਪੀ ਹੋਏਗਾ ਤੇ ਫਿਰ ਸਾਧ ਸੰਗਤ ਤੋਂ ਸਿੱਧਾ ਅਟੈਕ ਜਿਹੜਾ ਹੈ ਉਹ ਸਾਡੇ ਦਿਲ ਤੇ ਹੋਏਗਾ, ਹਾਰਟ ਅਟੈਕ ਆਏਗਾ। ਤੇ ਜੇ ਆ ਗਿਆ, ਥੋੜਾ ਜਿਹਾ ਸਟਰੋਂਗ ਹੋਇਆ, ਤੇ ਫਿਰ ਤਾਂ ਉਸੇ ਵੇਲੇ ਇਸ ਦੁਨੀਆ ਤੋਂ ਜਾਣਾ ਪਏਗਾ।
ਫਿਰ ਤੇ ਬਚਾ ਕੋਈ ਨਹੀਂ, ਫਿਰ ਤੇ ਡਾਕਟਰ ਵੀ ਹੱਥ ਖੜੇ ਕਰ ਦਿੰਦੇ ਨੇ। ਸੋ ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਕਿ ਤੂੰ ਇਸ ਚਿੰਤਾ ਦੇ ਜਾਲ ਦੇ ਵਿੱਚ ਨਾ ਫਸ। ਜੇਕਰ ਇੱਕ ਵਾਰ ਫਸ ਗਿਆ, ਨਿਕਲਣਾ ਮੁਸ਼ਕਲ ਹੋ ਜਾਏਗਾ। ਇਸ ਕਰਕੇ ਕਰ ਕੀ ਕਿ ਤੂੰ ਪੂਰੇ ਗੁਰੂ ਦੇ ਕੋਲ ਆ ਜਾ, ਗੁਰੂ ਦੇ ਪਾਸ ਆ ਕੇ ਇਸ ਨਾਮ ਰੂਪੀ ਔਖਦ ਨੂੰ ਪ੍ਰਾਪਤ ਕਰ, ਉਹਨੂੰ ਖਾਣਾ ਸ਼ੁਰੂ ਕਰ। ਜਿਵੇਂ ਜਿਵੇਂ ਖਾਏਗਾ, ਜਿਵੇਂ ਜਿਵੇਂ ਜਪੇਗਾ, ਤੇਰੇ ਜੀਵਨ ਦੇ ਵਿੱਚੋਂ ਇਹ ਚਿੰਤਾ ਹੌਲੀ ਹੌਲੀ ਨਿਕਲਣੀ ਸਟਾਰਟ ਹੋ ਜਾਏਗੀ। ਤੇ ਇੱਕ ਦਿਨ ਐਸਾ ਆਏਗਾ ਜਦੋਂ ਤੂੰ ਚਿੰਤਾ ਰਹਿਤ ਹੋ ਜਾਏਗਾ, ਤੇਰੇ ਜੀਵਨ ਦੇ ਵਿੱਚੋਂ ਚਿੰਤਾ ਚਲੀ ਜਾਏਗੀ। ਤੇ ਜਿਸ ਦਿਨ ਚਲੀ ਗਈ ਫਿਰ ਤੂੰ ਆਪ ਹੀ ਕਹੇਗਾ, ਕੀ ਕਹਿਣਾ ਹੈ? ਸਤਿਗੁਰਾਂ ਦਾ ਬਚਨ ਬੜਾ ਪਿਆਰਾ, ਕਹਿੰਦੇ ਫਿਰ ਤੂੰ ਕਹਿ ਦੇਂਗਾ ਕਿ ਸਤਿਗੁਰ ਮੇਰਾ ਵੱਡ ਸਮਰੱਥਾ, ਸਤਿਗੁਰ ਮੇਰਾ ਵੱਡ ਸਮਰੱਥਾ, ਜੀ ਸੰਭਾਲੀ ਤਾਂ ਸਭ ਦੁੱਖ ਲੱਥਾ, ਚਿੰਤਾ ਰੋਗ ਗਈ ਹਉ ਪੀੜਾ, ਆਪ ਕਰੇ ਪ੍ਰਤਪਾਲਾ ਜੀ। ਫਿਰ ਤੂੰ ਇਹ ਗੱਲ ਕਹੇਗਾ ਕਿ ਮੇਰੇ ਗੁਰੂ ਨੇ ਰਹਿਮਤ ਕੀਤੀ ਹੈ, ਮੇਰੇ ਜੀਵਨ ਦੇ ਵਿੱਚੋਂ ਚਿੰਤਾ ਨੂੰ ਖਤਮ ਕਰ ਦਿੱਤਾ। ਚਿੰਤਾ, ਚਿੰਤ, ਅਚਿੰਤਾ, ਸੋਚ, ਅਸੋਚਾ, ਇਹ ਸਾਰੀਆਂ ਚਲੀਆਂ ਜਾਣਗੀਆਂ ਜੀਵਨ ਦੇ ਵਿੱਚੋਂ ਜਦੋਂ ਗੁਰੂ ਦੇ ਦੱਸੇ ਹੋਏ ਮੈਥਡ ਨੂੰ ਅਪਲਾਈ ਕਰਨਾ ਸ਼ੁਰੂ ਕਰ ਦੇਵੇਂਗਾ ਜੀਵਨ ਦੇ ਵਿੱਚ। ਸਾਧ ਸੰਗਤ, ਇਹ ਚਿੰਤਾ ਰੋਗ ਜ਼ਰੂਰ ਹੈ। ਬਾਹਰੀ ਤੌਰ ਤੇ ਕੋਈ ਡਾਕਟਰ ਇਹਦਾ ਇਲਾਜ ਨਹੀਂ ਜੀ ਕਰ ਸਕਦਾ। ਇਹਦਾ ਇਲਾਜ ਜੇਕਰ ਕਰਵਾਉਣਾ ਚਾਹੁੰਦੇ ਆ ਤੇ ਫਿਰ ਗੁਰੂ ਦੇ ਕੋਲ ਜ਼ਰੂਰ ਆਉਣਾ ਪਏਗਾ। ਤੇ ਜਿਸ ਦਿਨ ਗੁਰੂ ਦੇ ਕੋਲੋਂ ਦਵਾਈ ਪ੍ਰਾਪਤ ਕਰ ਲਈ, ਫਿਰ ਇਹ ਚਿੰਤਾ ਤੋਂ ਛੁਟਕਾਰਾ ਹੋ ਜਾਏਗਾ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ, ਚਿੰਤਾ ਤਾਂ ਕੀ ਕੀਜੀ ਹੈ। ਉਸ ਚੀਜ਼ ਦੀ, ਉਸ ਗੱਲ ਦੀ ਚਿੰਤਾ ਕਰਨੀ ਚਾਹੀਦੀ ਹੈ ਜੋ ਅਨਹੋਣੀ ਹੋਏ। ਅਨਹੋਣੀ ਦਾ ਮਤਲਬ ਹੈ ਨਾ ਹੋਣ ਵਾਲੀ ਉਹ ਘਟਨਾ ਜਾਂ ਉਹ ਇਨਸੀਡੈਂਸ ਜਿਹੜਾ ਹੋਣਾ ਨਹੀਂ ਸੀ, ਕਦੇ ਵੀ ਨਹੀਂ ਸੀ ਹੋਣਾ, ਪਰ ਤੁਹਾਡੇ ਨਾਲ ਹੋ ਗਿਆ, ਉਹਦੀ ਚਿੰਤਾ ਕਰੋ। ਹਾਏ, ਇਹ ਮੇਰੇ ਨਾਲ ਹੀ ਕਿਉਂ ਹੋਇਆ? ਹੋਣਾ ਕਿਸੇ ਦੇ ਨਾਲ ਵੀ ਨਹੀਂ, ਪਰ ਮੇਰੇ ਨਾਲ ਕਿਉਂ ਹੋਇਆ? ਪਰ ਐਸੀ ਕੋਈ ਗੱਲ, ਐਸੀ ਕੋਈ ਘਟਨਾ ਹੈ ਨਹੀਂ ਜਿਹੜੀ ਹੋਣੀ ਨਾ ਹੋਵੇ। ਇਸ ਸੰਸਾਰ ਨੂੰ ਪ੍ਰਮਾਤਮਾ ਨੇ ਬਣਾਇਆ ਹੀ ਐਸਾ ਹੈ ਕਿ ਇਹਦੇ ਵਿੱਚ ਸਭ ਕੁਝ ਹੋਣਾ ਹੈ। ਕੋਈ ਐਸੀ ਘਟਨਾ ਹੈ ਹੀ ਨਹੀਂ ਜਿਹੜੀ ਨਾ ਹੋਣੀ ਹੋਵੇ, ਹੈ ਹੀ ਨਹੀਂ। ਤੇ ਫਿਰ ਸਤਿਗੁਰੂ ਜੀ ਕਹਿੰਦੇ, ਚਿੰਤਾ ਨਾ ਕਰ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਜੇ ਕੋਈ ਪਰਿਵਾਰ ਦਾ ਮੈਂਬਰ ਛੱਡ ਕੇ ਚਲਾ ਗਿਆ ਹੈ ਤੇ ਸਾਹਿਬ ਜੀ ਕਹਿੰਦੇ ਚਿੰਤਾ ਨਾ ਕਰ। ਇਹ ਇੱਕ, ਜਿਵੇਂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਨਾ ਜੀ, ਜਪਜੀ ਸਾਹਿਬ ਦੇ ਵਿੱਚ ਆਪਾਂ ਪੜ੍ਹਦੇ ਹਾਂ, ਸੰਜੋਗ ਵਿਜੋਗ ਦੋਏ ਕਾਰ ਚਲਾਵੇਂ। ਸੰਜੋਗ ਵਿਜੋਗ, ਸੰਜੋਗ ਦਾ ਮਤਲਬ ਹੈ ਮਿਲਾਪ, ਮਿਲਣਾ। ਵਿਜੋਗ ਦਾ ਮਤਲਬ ਹੈ ਵਿਛੜਨਾ। ਮਿਲਾਪ ਤੇ ਵਿਛੋੜਾ, ਮਿਲਣਾ ਤੇ ਵਿਛੜਨਾ, ਇਹ ਸੰਸਾਰ ਦੇ ਵਿੱਚ ਲੱਗਾ ਰਹਿੰਦਾ ਹੈ। ਕਿਸੇ ਦੇ ਨਾਲ ਮੇਲ ਹੋ ਰਿਹਾ, ਕਿਸੇ ਦੇ ਨਾਲ ਵਿਛੋੜਾ ਵੀ ਪਏਗਾ। ਕੋਈ ਦੁਨੀਆ ਦੇ ਵਿੱਚ ਆ ਰਿਹਾ, ਕੋਈ ਦੁਨੀਆ ਨੂੰ ਛੱਡ ਕੇ ਜਾ ਰਿਹਾ ਹੈ। ਸਤਿਗੁਰੂ ਜੀ ਕਹਿੰਦੇ ਇਹ ਇੱਕ ਸਿਸਟਮ ਬਣਾਇਆ ਹੋਇਆ ਪਰਮਾਤਮਾ ਨੇ। ਤੇ ਫਿਰ ਜੇ ਉਹਦਾ ਹੀ ਬਣਾਇਆ ਹੋਇਆ ਸਿਸਟਮ ਹੈ ਤੇ ਫਿਰ ਇਹਦੀ ਸਤਿਗੁਰੂ ਜੀ ਕਹਿੰਦੇ ਚਿੰਤਾ ਨਾ ਕਰ। ਐਵੇਂ ਆਪਣੀ ਐਨਰਜੀ ਵੇਸਟ ਨਾ ਕਰ ਇਸ ਗੱਲ ਬਾਰੇ ਸੋਚ ਸੋਚ ਕੇ, ਚਿੰਤਾ ਕਰਕੇ। ਕਰਨਾ ਕੀ ਹੈ? ਚਿੰਤਨ। ਚਿੰਤਨ ਦਾ ਭਾਵ ਹੈ ਉਸ ਪਰਮਾਤਮਾ ਨੂੰ ਚੇਤਾ ਕਰ। ਤੇ ਜਿਵੇਂ ਜਿਵੇਂ ਤੂੰ ਉਹਨੂੰ ਚੇਤਾ ਕਰੇਗਾ, ਉਹਦਾ ਚਿੰਤਨ ਕਰੇਗਾ, ਫਿਰ ਚਿੰਤਾ ਤੇਰੇ ਜੀਵਨ 'ਚ ਨਹੀਂ ਰਹੇਗੀ। ਸਤਿਗੁਰੂ ਜੀ ਕਿਰਪਾ ਕਰਨ, ਬਖਸ਼ਿਸ਼ ਕੀਤਾ ਹੋਇਆ ਪਾਵਨ ਸਲੋਕ ਕਿਤੇ ਸਾਡੇ ਹਿਰਦੇ ਦੇ ਵਿੱਚ ਵਸ ਜਾਏ। ਕਿਤੇ ਇਸ ਰੋਗ ਤੋਂ ਛੁਟਕਾਰਾ ਪਾਉਣ ਦੇ ਲਈ ਗੁਰੂ ਦੀ ਹਜ਼ੂਰੀ ਦੇ ਵਿੱਚ ਆ ਕੇ ਦਾਤ ਮੰਗ ਕੇ ਉਹਨੂੰ ਖਾਣਾ ਸ਼ੁਰੂ ਕਰ ਦਈਏ, ਉਹਨੂੰ ਯੂਜ਼ ਕਰਨਾ ਸਟਾਰਟ ਕਰ ਦਈਏ ਜਿਸ ਤਰ੍ਹਾਂ ਗੁਰੂ ਕਹਿੰਦਾ ਹੈ ਉਹਦੇ ਅਕੋਰਡਿੰਗਲੀ। ਫਿਰ ਇਹਦਾ ਇਲਾਜ ਹੋ ਜਾਏਗਾ। ਪਾਤਸ਼ਾਹ ਜੀ ਰਹਿਮਤ ਕਰਨ ਜੀ, ਹੋਈਆਂ ਭੁੱਲਾਂ ਦੀ ਖਿਮਾ, ਗੁਰੂ ਅਤੇ ਸੰਗਤ ਬਖਸ਼ਣਯੋਗ ਹੈ, ਬਖਸ਼ ਲੈਣਾ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।